ਸ੍ਰੀ ਵਾਹਿਗੁਰੂ ਸਾਹਿਬ ਜੀ। ਨਦੀਆਂ ਨਾਲੇ ਵਾਹੜੇ, ਗੰਗ ਸੰਗ ਮਿਲ ਗੰਗ ਹੋਵੰਦੇ। 68 ਤੀਰਥ ਸੇਵੰਦੇ, ਦੇਵੀ ਦੇਵਾ ਸੇਵ ਕਰੰਦੇ। ਲੋਕ ਵੇਦ ਗੁਣ ਗਿਆਨ ਵਿੱਚ, ਪਤਿਤ ਉਦਾਹਰਣ ਨਾਉ ਸੁਣੰਦੇ। ਹਸਤੀ ਨੀਰ ਨਵਾਲੀਅਨ, ਬਾਹਰ ਨਿਕਲ ਛਾਰ ਛਣੰਦੇ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ ਨਾ ਚਿਤ ਧਰੰਦੇ। ਤੁਮੇ ਅੰਮ੍ਰਿਤ ਸਿੰਜੀਐ, ਬੀਜੇ ਅੰਮ੍ਰਿਤ ਫਲ ਨਾ ਫਲੰਦੇ। ਕਪਟ ਸਨੇਹ ਨਾ ਸੇਹ ਪੁਜੰਦੇ, ਕਪਟ ਸਨੇਹ ਨਾ ਸੇਹ ਪੁਜੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਆਪ ਜੀ ਨੇ 17ਵੀਂ ਵਾਰ ਦੀ 9ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਿੱਛੇ ਸਰਵਣ ਕਰਦੇ ਆ ਰਹੇ ਹਾਂ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਕਪਟ ਸਨੇਹੀ ਲੋਕ ਹਨ, ਜਿਨ੍ਹਾਂ ਦੇ ਅੰਦਰ ਛਲ ਫਰੇਬ ਧੋਖਾ ਹੈ, ਉਹ ਕਦੇ ਵੀ ਜੀਵਨ ਦੀ ਉੱਚੀ ਪਦਵੀ 'ਤੇ ਨਹੀਂ ਪਹੁੰਚ ਸਕਦੇ। ਧਰਮ ਦੇ ਕਰਮ ਬਥੇਰੇ ਉਹ ਲੋਕ ਕਰਦੇ ਹੈ, ਤੀਰਥਾਂ 'ਤੇ ਵੀ ਪੂਜਣ ਲਈ ਜਾਂਦੇ ਹੈ, ਦੇਵੀ ਦੇਵਤਿਆਂ ਦੇ ਅਸਥਾਨਾਂ 'ਤੇ ਪੂਜਾ ਵੀ ਕਰਦੇ ਹੈ, ਪਰ ਇਹ ਸਾਰਾ ਕੁਝ ਇਸ ਤਰ੍ਹਾਂ ਹੈ ਉਹਨਾਂ ਲੋਕਾਂ ਦਾ ਜਿਵੇਂ ਹਾਥੀ ਪਾਣੀ 'ਚ ਨਹਾ ਕੇ ਬਾਹਰ ਨਿਕਲ ਕੇ ਫਿਰ ਆਪਣੇ ਉੱਤੇ ਮਿੱਟੀ ਪਾ ਲੈਂਦਾ ਹੈ। ਸੰਗਤ ਵਿੱਚ ਆਉਂਦੇ ਹੈ, ਗੁਰੂ ਦਾ ਉਪਦੇਸ਼ ਸੁਣਦੇ ਹੈ, ਪਰ ਉਪਦੇਸ਼ ਆਪਣੇ ਹਿਰਦੇ 'ਚ ਧਾਰਨ ਨਹੀਂ ਕਰਦੇ। ਕਪਟ ਸਨੇਹੀ ਲੋਕ ਕਦੇ ਵੀ ਜੀਵਨ ਦੇ ਵਿੱਚ ਸਫਲ ਨਹੀਂ ਹੋ ਪਾਉਂਦੇ। ਇਸ ਲਈ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਸਿੱਖਿਆ ਦਿੰਦੇ ਹੈ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਇੱਥੇ ਤੇਰੀਆਂ ਚਤੁਰਾਈਆਂ, ਤੇਰੀਆਂ ਚਲਾਕੀਆਂ, ਤੇਰੇ ਧੋਖੇ ਨਹੀਂ ਚੱਲਣੇ। ਜਿਹੜਾ ਗੁਰੂ ਨਾਲ ਪ੍ਰੇਮ ਕਰ ਲੈਂਦਾ ਹੈ, ਪਰਮੇਸ਼ਰ ਨਾਲ ਪਿਆਰ ਪਾ ਲੈਂਦਾ ਹੈ, ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।
ਕਪਟ ਸਨੇਹ ਕਰਨ ਵਾਲੇ ਕਪਟ ਦੇ ਵਿੱਚ ਹੀ ਖਪ ਜਾਂਦੇ ਹੈ। ਉਹਨਾਂ ਦਾ ਦਿਖਾਵੇ ਦਾ ਧਰਮ ਹੁੰਦਾ ਹੈ। ਲੋਕ ਵਾਹ ਉਹਨਾਂ ਦੀ ਬਹੁਤ ਕਰਦੇ ਹੈ। ਸੱਜਣ ਠੱਗ ਇੱਦਾਂ ਦਾ ਹੀ ਬੰਦਾ ਸੀ, ਦਿਖਾਵੇ ਦਾ ਧਰਮੀ ਸੀ। ਗੁਰੂ ਨਾਨਕ ਸਾਹਿਬ ਜੀ ਕਹੇ ਤੇ ਆਪ ਸਭ ਜਾਣਦੇ ਹੋ, ਗੁਰੂ ਬਾਬਾ ਜੀ ਨੇ ਸ਼ਬਦ ਉਚਾਰਿਆ, ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਗੁਰੂ ਬਾਬਾ ਜੀ ਦਾ ਸ਼ਬਦ ਸੁਣ ਕੇ ਉਹਨੂੰ ਸੋਝੀ ਆ ਗਈ। ਉਹਨੇ ਕਪਟ ਸਨੇਹ ਜਿਹੜਾ ਸੀ ਉਹ ਛੱਡ ਦਿੱਤਾ, ਧੋਖਾ ਬਦਫੈਲੀਆਂ ਛੱਡ ਕੇ ਸੱਚੇ ਦਿਲੋਂ ਪ੍ਰੇਮਾ ਭਗਤੀ ਕਰਨ ਲੱਗ ਪਿਆ ਤੇ ਸੱਜਣ ਸੰਤ ਬਣ ਗਿਆ ਜਿਹੜਾ ਠੱਗ ਸੀ। ਗੁਰੂ ਬਾਬੇ ਦੀ ਬਾਣੀ ਸਾਨੂੰ ਸੋਝੀ ਦਿੰਦੀ ਹੈ ਵੀ ਅੰਦਰ ਕੋਈ ਕਪਟ ਨਾ ਰੱਖ, ਕਿਸੇ ਦਾ ਬੁਰਾ ਨਾ ਲੋਚ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਕਹਿੰਦੇ ਕਿਸੇ ਦਾ ਵੀ, ਕਿਸੇ ਪਰਾਏ ਦਾ ਮਨ ਵਿੱਚ ਬੁਰਾ ਨਾ ਤੱਕੀ, ਤੈਨੂੰ ਕੋਈ ਦੁੱਖ ਰੋਗ ਨਹੀਂ ਆਵੇਗਾ। ਜੇ ਪਰਾਏ ਦਾ ਬੁਰਾ ਸੋਚੇਗਾ ਫਿਰ ਤੈਨੂੰ ਦੁੱਖ ਰੋਗ ਬਹੁਤ ਆਉਣਗੇ। ਸੋ ਸਿੱਖ ਤਾਂ ਸਦਾ ਸਰਬੱਤ ਦਾ ਭਲਾ ਲੋਚਦਾ ਹੈ। ਸੋ ਆਓ, ਭਾਈ ਗੁਰਦਾਸ ਸਾਹਿਬ ਦੇ ਬੜੇ ਪਿਆਰੇ ਅੰਮ੍ਰਿਤ ਬਚਨ ਹਨ। ਨਦੀਆਂ ਨਾਲੇ ਵਾਹੜੇ, ਗੰਗ ਸੰਗ ਮਿਲ ਗੰਗ ਹੋਵੰਦੇ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਨਦੀਆਂ ਨਾਲੇ ਤੇ ਵਾਹੜੇ ਕਹਿੰਦੇ ਜਿਹੜੀਆਂ ਛੋਟੀਆਂ ਛੋਟੀਆਂ ਬਰਸਾਤੀ ਨਦੀਆਂ ਹੁੰਦੀਆਂ, ਇਹ ਸਾਰੇ ਹੀ ਮਿਲ ਕੇ ਗੰਗਾ ਦੇ ਨਾਲ ਗੰਗਾ ਦਾ ਰੂਪ ਹੋ ਜਾਂਦੇ ਹੈ। ਫਿਰ ਇਹਨਾਂ ਨੂੰ ਗੰਗਾ ਹੀ ਕਿਹਾ ਜਾਂਦਾ ਹੈ। ਜਿਹੜੀ ਨਦੀ, ਜਿਹੜਾ ਨਾਲਾ ਗੰਗਾ ਵਿੱਚ ਪੈ ਗਿਆ, ਫਿਰ ਉਹਦੀ ਹੋਂਦ ਮੁੱਕ ਜਾਂਦੀ ਹੈ। ਉਹਨਾਂ ਸਾਰਿਆਂ ਨੂੰ ਗੰਗਾ ਹੀ ਕਿਹਾ ਜਾਂਦਾ ਹੈ। 68 ਤੀਰਥ ਸੇਵੰਦੇ, ਦੇਵੀ ਦੇਵਾ ਸੇਵ ਕਰਨ ਦੇ। ਜਿਨ੍ਹਾਂ ਦੇ ਅੰਦਰ ਛਲ ਕਪਟ ਹੈ ਤੇ ਬਾਹਰੋਂ ਜਿਤਾਉਂਦੇ ਆ ਵੀ ਸਾਡੇ ਅੰਦਰ ਪ੍ਰੇਮ ਹੈ ਤੇ ਅੰਦਰ ਠੱਗੀ ਮਾਰਨ ਦਾ ਸੋਚ ਰਹੇ ਹੈ, ਧੋਖਾ ਕਰੀਏ ਕਿਸੇ ਨਾਲ। ਬਾਹਰੋਂ ਦਿਖਾਵਾ ਕਰਦੇ ਆ, ਅਸੀਂ ਜੀ ਰੱਬ ਦੇ ਪ੍ਰੇਮੀ ਹੁੰਦੇ ਹਾਂ, ਧਰਮ ਦਾ ਬੜਾ ਪਿਆਰ ਹੈ ਸਾਡੇ ਅੰਦਰ। ਉਹਨਾਂ ਨੂੰ ਕਪਟ ਸਨੇਹੀ ਕਹਿੰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਨਹੀਂ ਕਿ ਕਪਟ ਸਨੇਹੀ ਜਿਹੜੇ ਲੋਕ ਨੇ ਉਹ ਧਰਮ ਸਥਾਨਾਂ 'ਤੇ ਨਹੀਂ ਜਾਂਦੇ, ਤੀਰਥ ਸਥਾਵਾਂ 'ਤੇ ਨਹੀਂ ਸਾਰਿਆਂ ਥਾਵਾਂ 'ਤੇ ਜਾਂਦੇ ਹੈ। 68 ਤੀਰਥ ਸੇਵੰਦੇ, ਉਹ 68 ਤੀਰਥਾਂ 'ਤੇ ਜਾ ਕੇ ਤੀਰਥ ਇਸ਼ਨਾਨ ਕਰਦੇ ਹੈ, 68 ਤੀਰਥਾਂ ਨੂੰ ਸੇਵਦੇ ਹੈ, ਉੱਥੇ ਸੇਵਾ ਕਰਦੇ ਹੈ ਜਾ ਕੇ। ਦੇਵੀ ਦੇਵਾ ਸੇਵ ਕਰਨ ਦੇ, ਦੇਵੀ ਦੇਵਤਿਆਂ ਦੀ ਵੀ ਪੂਜਾ ਕਰਦੇ ਹੈ, ਦੇਵੀ ਦੇਵਤਿਆਂ ਨੂੰ ਵੀ ਪੂਜਦੇ ਹੈ, ਪਰ ਹਨ ਉਹ ਕਪਟ ਸਨੇਹੀ। ਲੋਕ ਵੇਦ ਗੁਣ ਗਿਆਨ ਵਿੱਚ, ਪਤਤ ਉਦਾਹਰਣ ਨਾਉ ਸੁਣੰਦੇ। ਲੋਕ ਸ਼ਾਸਤਰ ਉਹਦੇ ਵਿੱਚ ਜੋ ਗੁਣ ਕਥਨ ਕੀਤੇ ਹੈ, ਗੁਣਾਂ ਦੇ ਵਿੱਚ ਉਹਦੇ ਵਿੱਚ ਵੀ ਉਹ ਗੱਲਾਂ ਵੀ ਸੁਣਦੇ ਹੈ। ਲੋਕ ਸ਼ਾਸਤਰਾਂ ਦੀਆਂ, ਵੇਦਾਂ ਦੀਆਂ ਗੱਲਾਂ ਵੀ ਸੁਣਦੇ ਹੈ। ਜਿੱਥੇ ਗਿਆਨ ਦੀ ਗੱਲ ਹੁੰਦੀ ਉੱਥੇ ਵਿੱਚ ਜਾ ਕੇ ਵੀ ਬੈਠਦੇ ਹੈ। ਪਤਤ ਉਦਾਹਰਣ ਨਾਉ ਸੁਣੰਦੇ। ਪਰਮਾਤਮਾ ਇੱਕ ਪਤਤ ਉਦਾਹਰਣ ਹੈ, ਉਹ ਪਾਪੀਆਂ ਨੂੰ ਪਾਰ ਕਰਨ ਵਾਲਾ, ਉਹਦਾ ਨਾਮ ਪਾਪੀਆਂ ਨੂੰ ਪਾਰ ਕਰ ਦੇਣ ਵਾਲਾ। ਇਹ ਗੱਲਾਂ, ਇਹ ਪ੍ਰਵਚਨ ਵੀ ਉਹ ਲੋਕ ਸੁਣਦੇ ਹੈ, ਉਹਨਾਂ ਦੇ ਕੰਨੀ ਪੈਂਦੇ ਹੈ।
ਹਸਤੀ ਨੀਰ ਨਵਾਲੀਅਨ, ਬਾਹਰ ਨਿਕਲ ਸ਼ਾਰ ਛਣੰਦੇ। ਭਾਈ ਗੁਰਦਾਸ ਜੀ ਕਹਿੰਦੇ ਉਹ ਲੋਕ ਇਸ ਤਰ੍ਹਾਂ ਦੇ ਨੇ ਜਿਵੇਂ ਹਾਥੀ ਪਾਣੀ ਵਿੱਚ ਨਵਾਲੀਏ ਅਤੇ ਬਾਹਰ ਨਿਕਲ ਕੇ ਪਾਣੀ ਤੋਂ, ਵੱਡੇ ਛੰਭ ਤੋਂ, ਦਰਿਆ ਤੋਂ ਬਾਹਰ ਨਿਕਲ ਕੇ ਨਾ ਛਾਰ ਛਣੰਦੇ। ਉਹ ਮਿੱਟੀ ਛਣਦਾ, ਮਤਲਬ ਸੁੰਡ ਦੇ ਨਾਲ ਨਾ ਮਿੱਟੀ ਆਪਣੇ ਸਰੀਰ ਦੇ ਉੱਤੇ ਪਾ ਲੈਂਦਾ ਹੈ। ਹਾਥੀ ਦਾ ਇਸ਼ਨਾਨ ਕਰਨਾ ਵਿਅਰਥ ਹੈ। ਹਾਥੀ ਪਾਣੀ 'ਚ ਗਿਆ, ਕੁਝ ਸਮਾਂ ਬੈਠਿਆ, ਇਸ਼ਨਾਨ ਕਰ ਲਿਆ ਅਤੇ ਬਾਹਰ ਆ ਕੇ ਮਿੱਟੀ ਸਿਰ 'ਤੇ ਪਾਉਣ ਲੱਗ ਪਿਆ। ਭਾਈ ਗੁਰਦਾਸ ਜੀ ਕਹਿੰਦੇ ਕਪਟ ਸਨੇਹੀ ਲੋਕ ਉਹ ਹਾਥੀਆਂ ਵਰਗੇ ਨੇ, ਉਹਨਾਂ ਹਾਥੀਆਂ ਵਰਗੇ ਜਿਹੜੇ ਪਾਣੀ 'ਚ ਜਾ ਕੇ ਨਹਾਉਂਦੇ ਤਾਂ ਹਨ ਪਰ ਬਾਹਰ ਆ ਕੇ ਮਿੱਟੀ ਪਾ ਲੈਂਦੇ। ਉਹ ਸੰਗਤ ਵਿੱਚ ਜਾਂਦੇ ਹੈ, ਸੰਗਤ ਵਿੱਚ ਜਾਂਦੇ ਹੈ, ਸ਼ਬਦ ਸੁਣਦੇ ਹੈ, ਉਪਦੇਸ਼ ਸੁਣਦੇ ਹੈ, ਪਰ ਜਦੋਂ ਸੰਗਤ ਤੋਂ ਬਾਹਰ ਚਲੇ ਗਏ, ਸਤ ਸੰਗਤ ਰੂਪੀ ਦਰਿਆ ਤੋਂ ਬਾਹਰ ਗਏ ਅਤੇ ਫਿਰ ਮਿੱਟੀ ਸਿਰ 'ਚ ਪਵਾ ਲੈਂਦੇ ਹੈ। ਮਿੱਟੀ ਫਿਰ ਆਪ ਹੀ ਆਪਣੇ ਸਿਰ 'ਚ ਪਾ ਲੈਂਦੇ ਹੈ, ਵਿਸ਼ਿਆਂ ਵੱਲ ਦੌੜਦੇ ਹੈ, ਵਿਸ਼ਿਆਂ ਵਿਕਾਰਾਂ ਦੀ ਮਿੱਟੀ ਸਿਰ 'ਚ ਪਵਾਉਂਦੇ ਹੈ। ਸੋ ਐਸੇ ਲੋਕ ਜਿਨ੍ਹਾਂ ਦੇ ਅੰਦਰ ਕਪਟ ਹੈ, ਵਿਖਾਵੇ ਦਾ ਹੀ ਉਹਨਾਂ ਦੇ ਅੰਦਰ ਸਿਰਫ ਸਨੇਹ ਹੈ, ਹੰਕਾਰੀ ਨੇ ਉਹ ਲੋਕ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਤੀਰਥਾਂ 'ਤੇ ਵੀ ਜਾਂਦਾ ਹੈ, ਤੀਰਥ ਇਸ਼ਨਾਨ ਵੀ ਕਰਦਾ ਹੈ, ਵਰਤ ਵੀ ਰੱਖਦਾ ਹੈ, ਦਾਨ ਵੀ ਕਰਦਾ ਹੈ, ਪਰ ਇਹ ਕੁਝ ਕਰਦਾ ਹੋਇਆ ਮਨ ਦੇ ਵਿੱਚ ਹੰਕਾਰ ਰੱਖਦਾ ਹੈ। ਨਾਨਕ ਨਿਹਫਲ ਜਾਤ, ਤੇ ਉਹਦੇ ਕੀਤੇ ਇਹ ਸਾਰੇ ਕਰਮ ਇਸ ਤਰ੍ਹਾਂ ਵਿਅਰਥ ਚਲੇ ਜਾਂਦੇ ਆ, ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਨਹਾਉਣਾ ਇਸ਼ਨਾਨ ਹੈ। ਸੋ ਇਸ ਲਈ ਕਪਟ ਸਨੇਹੀ, ਉਹਨਾਂ ਦੇ ਕੀਤੇ ਹੋਏ ਧਰਮ ਦੇ ਕਰਮ ਜਿਹੜੇ ਹੈ ਉਹ ਸਾਰੇ ਹੀ ਵਿਅਰਥ ਹੋ ਜਾਂਦੇ ਹੈ। ਸਤ ਸੰਗਤ ਦੇ ਵਿੱਚ ਜੇਕਰ ਆਏ ਹਾਂ, ਇੱਥੋਂ ਕੁਝ ਲੈ ਕੇ ਜਾਣਾ ਹੈ। ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦੇ ਅਮੋਲਕ ਬਚਨ ਅਸੀਂ ਆਪਣੀ ਹਿਰਦੇ ਦੀ ਝੋਲੀ ਵਿੱਚ ਪਵਾ ਕੇ ਫਿਰ ਉਹਨਾਂ ਦੀ ਕਮਾਈ ਕਰਨੀ ਹੈ। ਭਾਈ ਗੁਰਦਾਸ ਸਾਹਿਬ ਜੀ ਅੱਗੇ ਫਰਮਾਉਂਦੇ ਹੈ, ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਚਿੱਤ ਧਰੰਦੇ। ਕਹਿੰਦੇ ਇਸੇ ਤਰ੍ਹਾਂ ਜਿਹੜੇ ਕਪਟ ਸਨੇਹੀ ਲੋਕ ਹਨ, ਸਾਧ ਸੰਗਤ ਦੇ ਵਿੱਚ ਆ ਕੇ ਗੁਰ ਸ਼ਬਦ ਨੂੰ ਸੁਣਦੇ ਹੈ, ਪਰ ਗੁਰੂ ਦੇ ਉਪਦੇਸ਼ ਨੂੰ ਆਪਣੇ ਚਿੱਤ ਵਿੱਚ ਧਾਰਨ ਨਹੀਂ ਕਰਦੇ। ਤੁਮੇ ਅੰਮ੍ਰਿਤ ਸਿੰਜੀਐ, ਬੀਜੇ ਅੰਮ੍ਰਿਤ ਫਲ ਨਾ ਫਲੰਦੇ। ਕਹਿੰਦੇ ਜਿਵੇਂ ਤੁੰਮਾ ਜਿਹੜਾ ਨਾ, ਤੁੰਮੇ ਅੰਮ੍ਰਿਤ ਸਿੰਜੀਏ, ਉਹਨੂੰ ਅੰਮ੍ਰਿਤ ਵਿੱਚ ਸਿੰਜ ਦਈਏ। ਤੁੰਮੇ ਦੇ ਵਿੱਚ ਅੰਮ੍ਰਿਤ ਭਰ ਕੇ ਉਹਦੇ ਬੀਜ ਨੂੰ ਬੀਜ ਦਈਏ ਧਰਤੀ 'ਚ। ਕਹਿੰਦੇ ਜਦੋਂ ਉੱਗੇਗਾ, ਵੱਡਾ ਹੋਵੇਗਾ, ਉਹਨੂੰ ਕੌੜੇ ਫਲ ਹੀ ਲੱਗਣੇ, ਅੰਮ੍ਰਿਤ ਫਲ ਨਹੀਂ ਲੱਗਣੇ, ਮਿੱਠੇ ਨਹੀਂ ਲੱਗਣੇ। ਭਾਵੇਂ ਸ਼ਹਿਦ 'ਚ ਭਿਉਂ ਕੇ ਬੀਜ ਦਿਓ ਉਹਨੂੰ ਜ਼ਮੀਨ ਦੇ ਵਿੱਚ, ਪਰ ਉਹ ਕੌੜਾ ਹੈ, ਤਾਸੀਰ ਉਹਦੀ ਕੌੜੀ ਹੈ, ਉਹਨੂੰ ਫਲ ਕੌੜੇ ਹੀ ਲੱਗਣੇ ਹੈ। ਸੋ ਤੁੰਮੇ ਨੂੰ ਅੰਮ੍ਰਿਤ ਦੇ ਵਿੱਚ ਸਿੰਜਣ ਦੇ ਨਾਲ ਜਦੋਂ ਧਰਤੀ 'ਚ ਬੀਜੀਏ, ਫਿਰ ਉਹਨੂੰ ਕਦੇ ਮਿੱਠੇ ਫਲ ਨਹੀਂ ਲੱਗਦੇ ਹੁੰਦੇ। ਕਪਟ ਸਨੇਹ ਨਾ ਸੇਹ ਪੁਜੰਦੇ। ਇਸੇ ਤਰ੍ਹਾਂ ਜਿਹੜੇ ਝੂਠੇ ਕਪਟ ਸਨੇਹੀ ਹਨ, ਨਾ ਸੇਹ ਪੁਜੰਦੇ, ਉਹ ਜੀਵਨ ਦੀ ਉੱਚੀ ਪਦਵੀ 'ਤੇ ਕਦੇ ਨਹੀਂ ਪਹੁੰਚ ਸਕਦੇ, ਜਾਂ ਉਹ ਕਦੇ ਵੀ ਅਕਾਲ ਪੁਰਖ ਨੂੰ ਪ੍ਰਾਪਤ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਛਲ ਹੈ, ਕਪਟ, ਧੋਖਾ, ਫਰੇਬ ਕਰਨਾ
ਜਾਣਦੇ ਹੈ ਉਹ। ਗੁਰੂ ਦਾ ਸੱਚਾ ਪਿਆਰ ਨਹੀਂ ਉਹਨਾਂ ਦੇ ਅੰਦਰ, ਇਸ ਲਈ ਕਦੇ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਹੈ। ਅਗਲੀ 10ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਵੀ ਮਨਮੁਖ ਲੋਕ ਉਹ ਇਸ ਤਰ੍ਹਾਂ ਦੇ ਹਨ ਜਿਵੇਂ ਕਿਸੇ ਰਾਜੇ ਦੀ ਇੱਕ ਰਾਣੀ ਉਹ ਬਾਂਝ ਹੋਵੇ, ਜਿਹੜੀ ਸੰਤਾਨ ਨੂੰ ਜਨਮ ਨਹੀਂ ਦੇ ਸਕਦੀ। ਸੋ ਦ੍ਰਿਸ਼ਟਾਂਤ ਦਿੱਤਾ ਹੈ ਭਾਈ ਗੁਰਦਾਸ ਜੀ ਨੇ, ਕਿਉਂਕਿ ਦ੍ਰਿਸ਼ਟਾਂਤ ਜਿਹੜਾ ਹੁੰਦਾ ਉਹ ਸਮਝਾਉਣ ਵਾਸਤੇ ਹੁੰਦਾ ਹੈ। ਇਸ ਪੌੜੀ ਵਿੱਚ ਇਹ ਗੱਲ ਨਹੀਂ ਹੈ ਵੀ ਭਾਈ ਸਾਹਿਬ ਨੇ ਜੋ ਜ਼ਿਕਰ ਕੀਤਾ ਹੈ ਰਾਜਾ ਰਾਜੇ ਦੀਆਂ ਰਾਣੀਆਂ ਦਾ ਇੱਕ ਜਾਂ ਬਹੁਤੇ ਵਿਆਹਾਂ ਦਾ ਮਸਲਾ ਹੈ। ਗੱਲ ਇਹ ਹੈ ਜਿਹੜਾ ਮਨਮੁਖ ਹੈ ਉਹ ਕਿਸ ਤਰ੍ਹਾਂ ਦਾ ਹੈ ਉਹਦਾ ਜ਼ਿਕਰ ਕਰ ਰਹੇ ਹੈ। ਰਾਜੈ ਦੇ 100 ਰਾਣੀਆਂ ਸੇਜੈ ਆਵੈ ਵਾਰੋ ਵਾਰੀ। ਭਾਈ ਗੁਰਦਾਸ ਜੀ ਕਹਿੰਦੇ ਇੱਕ ਰਾਜੇ ਦੀਆਂ ਜਿਵੇਂ 100 ਰਾਣੀਆਂ ਹੁੰਦੀਆਂ, ਰਾਜੇ ਦੀਆਂ 100 ਰਾਣੀਆਂ ਹਨ ਅਤੇ ਉਹ ਵਾਰੋ ਵਾਰੀ ਆਪੋ ਆਪਣੀ ਵਾਰੀ ਦੇ ਨਾਲ ਰਾਜੇ ਦੀ ਸੇਜ ਦੇ ਉੱਤੇ ਆਉਂਦੀਆਂ ਹਨ। ਸਭੇ ਹੀ ਪਟ ਰਾਣੀਆਂ ਰਾਜੇ ਇੱਕ ਦੂ ਇੱਕ ਪਿਆਰੀ। ਅਤੇ ਸਾਰੀਆਂ ਹੀ ਜਿੰਨੀਆਂ ਰਾਣੀਆਂ ਨਾ ਉਹ ਪਟਰਾਣੀਆਂ ਨੇ। ਪਟਰਾਣੀ ਤੋਂ ਭਾਵ ਮੁੱਖ ਰਾਣੀ ਜਿਹੜੀ ਰਾਜੇ ਦੀ ਹੁੰਦੀ ਹੈ, ਸਾਰੀਆਂ ਹੀ ਆਪਣੇ ਆਪ ਨੂੰ ਪਟਰਾਣੀਆਂ ਸਮਝਦੀਆਂ ਅਤੇ ਰਾਜੇ ਨੂੰ ਇੱਕ ਤੋਂ ਇੱਕ ਵੱਧ ਕੇ ਪਿਆਰੀ ਹੈ। ਰਾਜਾ ਕੌਣ ਹੈ? ਪਰਮਾਤਮਾ। ਠਾਕੁਰ ਏਕ ਸਬਾਈ ਨਾਰ। ਪਰਮੇਸ਼ਰ ਇੱਕ ਰਾਜਾ ਹੈ, ਉਹ ਕੰਤ ਹੈ, ਪਤੀ ਹੈ। ਬਾਕੀ ਜਿੰਨੇ ਹਨ ਪੁਰਸ਼ ਇਸਤਰੀਆਂ ਜਿੰਨੇ ਵੀ ਇਹ ਰਾਣੀਆਂ ਨੇ, ਉਹਦੇ ਪਤਨੀਆਂ ਹਨ, ਇਸਤਰੀਆਂ ਹਨ। ਸੋ ਇਹ ਦ੍ਰਿਸ਼ਟਾਂਤ ਹੈ, ਇਹਨੂੰ ਸਮਝੀਏ। ਸਾਰੀਆਂ ਪਟਰਾਣੀਆਂ ਕਹਾਉਂਦੀਆਂ ਹਨ ਇੱਕ ਦੂ ਰਾਜੇ ਇੱਕ ਦੂ ਇੱਕ ਪਿਆਰੀ। ਅਤੇ ਰਾਜੇ ਨੂੰ ਇੱਕ ਤੋਂ ਇੱਕ ਵੱਧ ਕੇ ਹਰੇਕ ਰਾਣੀ ਪਿਆਰੀ ਹੈ। ਇਸੇ ਤਰ੍ਹਾਂ ਪਰਮੇਸ਼ਰ ਨੂੰ ਇੱਕ ਤੋਂ ਇੱਕ ਵੱਧ ਕੇ ਇਹ ਜੀਵ ਰੂਪ ਇਸਤਰੀ ਪਿਆਰੀ ਹੈ। ਸਭਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰੀ। ਰਾਜਾ ਸਾਰਿਆਂ ਨੂੰ ਸੋਹਣੇ ਮੰਦਰਾਂ ਦੇ ਵਿੱਚ, ਸੋਹਣੇ ਮਹਿਲਾਂ ਦੇ ਵਿੱਚ ਸੇਜਾ ਸਵਾਰ ਕੇ ਰਾਵਣਾ ਭੋਗਣਾ ਕਰਦਾ ਹੈ। ਸੰਤਤ ਸਭਨਾ ਰਾਣੀਆਂ ਇੱਕ ਅੱਧ ਕਾ ਸੰਡ ਵਿਚਾਰੀ। ਭਾਈ ਗੁਰਦਾਸ ਜੀ ਕਹਿੰਦੇ ਸਾਰੀਆਂ ਰਾਣੀਆਂ ਦੀ ਸੰਤਾਨ ਹੈ, ਸਾਰੀਆਂ ਰਾਣੀਆਂ ਦੇ ਪੇਟੋਂ ਬੱਚਿਆਂ ਨੇ ਜਨਮ ਲਿਆ ਹੈ, ਪਰ ਇਹਨਾਂ ਦੇ ਵਿੱਚੋਂ ਇੱਕ ਅੱਧ ਕਾ ਸੰਡ ਵਿਚਾਰੀ। ਇੱਕ ਅੱਧੀ ਜਿਹੜੀ ਰਾਣੀ ਹੁੰਦੀ ਹੈ ਉਹ ਸੰਡ ਤੋਂ ਭਾਵ ਬਾਂਝ ਹੈ, ਜਿਹਦੀ ਕੁੱਖ ਤੋਂ ਕੋਈ ਧੀ ਪੁੱਤ ਜੰਮਿਆ ਨਹੀਂ, ਜਨਮ ਨਹੀਂ ਲਿਆ। ਬਾਕੀ ਤਾਂ ਸਾਰੀਆਂ ਰਾਣੀਆਂ ਸੰਤਾਨ ਨੂੰ ਜਨਮ ਦਿੱਤਾ। ਰਾਜੇ ਨੂੰ ਪਿਆਰੀਆਂ ਨੇ ਸਾਰੀਆਂ, ਰਾਜਾ ਸਾਰਿਆਂ ਨੂੰ ਪਿਆਰ ਕਰਦਾ ਹੈ, ਪਰ ਇੱਕ ਅੱਧੀ ਵਿੱਚੋਂ ਐਸੀ ਹੁੰਦੀ ਹੈ ਜਿਹੜੀ ਬਾਂਝ ਰਹਿ ਜਾਂਦੀ ਹੈ। ਹੁਣ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ। ਦੋਸ਼ ਨਾ ਰਾਜੇ ਰਾਣੀਐ ਪੂਰਬ ਲਿਖਤ ਨਾ ਮਿਟੈ ਲਿਖਾਰੀ। ਰਾਜੇ ਅਤੇ ਰਾਣੀਆਂ ਦਾ ਕੋਈ ਦੋਸ਼ ਨਹੀਂ ਹੈ, ਰਾਜੇ ਅਤੇ ਰਾਣੀਆਂ ਦਾ ਕੋਈ ਦੋਸ਼ ਨਹੀਂ। ਪੂਰਬ ਲਿਖਤ ਨਾ ਮਿਟੈ ਲਿਖਾਰੀ। ਜੋ ਲਿਖਾਰੀ ਦੀ ਪੂਰਬਲੀ ਲਿਖਤ ਲਿਖੀ ਹੋਈ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਨਹੀਂ ਮਿਟਦੀ। ਜੇ ਆਪਾਂ ਕਹੀਏ ਵੀ ਉਹ ਇੱਕ ਰਾਣੀ ਦਾ ਦੋਸ਼ ਹੈ, ਉਹਦੇ ਘਰੇ ਕੋਈ ਧੀ ਪੁੱਤ ਨਹੀਂ ਹੋਇਆ, ਬਾਕੀਆਂ ਦੇ ਵੇਖੋ, ਬਾਕੀਆਂ ਤਾਂ ਸਾਰੀਆਂ ਸੰਤਾਨ ਵਾਲੀਆਂ ਨੇ, ਪਰ ਇੱਕ ਦੇ ਘਰੇ ਸੰਤਾਨ ਨਹੀਂ। ਇਹ ਤਾਂ ਲਿਖਾਰੀ ਪਰਮੇਸ਼ਰ ਨੇ ਜੋ ਕਰਮਾਂ ਅਨੁਸਾਰ ਨਾ ਲਿਖ ਦਿੱਤਾ ਹੈ, ਇਹ ਪੂਰਬਲੀ ਲਿਖਤ ਹੈ। ਨਾ ਰਾਜੇ ਦਾ ਦੋਸ਼ ਹੈ ਇਹਦੇ ਵਿੱਚ, ਨਾ ਰਾਣੀਆਂ ਦਾ ਕੋਈ ਦੋਸ਼ ਹੈ। ਪੂਰਬਲੇ ਜਨਮਾਂ ਦੇ ਕਰਮਾਂ ਅਨੁਸਾਰ ਜਿਵੇਂ
ਪਰਮੇਸ਼ਰ ਨੇ ਲੇਖ ਲਿਖੇ ਹੈ ਉਵੇਂ ਹੀ ਪ੍ਰਾਪਤ ਹੁੰਦਾ ਸਾਰਾ ਕੁਝ। ਇਤਿਹਾਸ ਆਪ ਜੀ ਨੇ ਬਹੁਤ ਵਾਰਾਂ ਸਰਵਣ ਕੀਤਾ ਹੈ। ਮਾਤਾ ਸੁਲੱਖਣੀ ਨੇ ਇਹੀ ਕਿਹਾ ਸੀ ਚੱਬੇ ਵਾਲੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਕਿਉਂਕਿ ਜਦੋਂ ਨਿਰਾਸ਼ ਗਈ ਭਾਈ ਗੁਰਦਾਸ ਨੇ ਜੁਗਤੀ ਦੱਸ ਦਿੱਤੀ। ਅਗਲੇ ਦਿਨ ਕਲਮ ਦਵਾਤ ਲੈ ਕੇ ਆਈ। ਸਤਿਗੁਰੂ ਨੇ ਕਿਹਾ ਵੀ ਤੇਰੇ ਤਾਂ ਭਾਗਾਂ 'ਚ ਹੀ ਨਹੀਂ ਲਿਖਿਆ ਕੋਈ ਧੀ ਪੁੱਤ, ਅਤੇ ਕਲਮ ਦਵਾਤ ਕਾਗਜ਼ ਅੱਗੇ ਕਰਕੇ ਕਿਹਾ ਮਹਾਰਾਜ ਉੱਥੇ ਵੀ ਤੁਸੀਂ ਲਿਖਣ ਵਾਲੇ, ਇੱਥੇ ਵੀ ਤੁਸੀਂ ਲਿਖਣ ਵਾਲੇ, ਹੁਣ ਕਿਰਪਾ ਕਰ ਦਿਓ। ਸਤਿਗੁਰੂ ਨੇ ਮਿਹਰ ਕਰ ਦਿੱਤੀ, 7 ਪੁੱਤਰ ਬਖਸ਼ੇ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਵੀ ਲਿਖਾਰੀ ਦੀ ਪਰਮੇਸ਼ਰ ਦੀ ਜੋ ਲਿਖਤ ਹੈ ਨਾ, ਪੂਰਬਲੇ ਜਨਮਾਂ ਦੇ ਕਰਮਾਂ ਅਨੁਸਾਰ ਜੋ ਲਿਖੀ ਗਈ ਉਹ ਮਿਟਦੀ ਨਹੀਂ। ਨਾ ਰਾਜੇ ਦਾ ਦੋਸ਼ ਹੈ ਨਾ ਰਾਣੀ ਦਾ ਦੋਸ਼ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਮਨ ਉਰ ਧਾਰੀ। ਸਾਧ ਸੰਗਤ ਦੇ ਵਿੱਚ ਗੁਰ ਸ਼ਬਦ ਨੂੰ ਸੁਣ ਕੇ ਜੋ ਗੁਰੂ ਉਪਦੇਸ਼ ਨੂੰ ਧਾਰਨ ਨਹੀਂ ਕਰਦੇ, ਹਿਰਦੇ ਵਿੱਚ ਟਿਕਾਉਂਦੇ ਨਹੀਂ, ਉਹ ਕਿਸ ਤਰ੍ਹਾਂ ਦੇ ਹੈ? ਕਰਮਹੀਣ ਦੁਰਮਤ ਹਿਤਕਾਰੀ। ਉਹ ਕਰਮਹੀਣੇ, ਦੁਰਮਤ, ਭੈੜੀ ਮਤ, ਖੋਟੀ ਮਤ ਦੇ ਨਾਲ ਹਿਤ ਕਰਨ ਵਾਲੇ ਹੈ। ਉਹ ਮਨਮੁਖ ਲੋਕ ਭੈੜੀ ਮਤ ਦੇ ਨਾਲ ਹੀ ਹਿਤ ਕਰਦੇ ਹੈ, ਪਿਆਰ ਕਰਦੇ, ਉਹ ਕਰਮਾਂ ਤੋਂ ਹੀਣੇ ਹੈ। ਇਸ ਪੌੜੀ ਵਿੱਚ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਵੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਜਿੰਨੇ ਵੀ ਆ ਜੀਵ ਹਨ ਉਹਦੀਆਂ ਰਾਣੀਆਂ ਹਨ ਵਾਹਿਗੁਰੂ ਜੀ ਦੀਆਂ। ਮਹਾਰਾਜ ਜੀ ਬਚਨ ਕਰਦੇ ਠਾਕੁਰ ਏਕ ਸਬਾਈ ਨਾਰ, ਅਕਾਲ ਪੁਰਖ ਪਤੀ ਹੈ, ਹੋਰ ਸਭ ਉਹਦੀਆਂ ਇਸਤਰੀਆਂ ਹਨ। ਅਤੇ ਉਹ ਸਾਰਿਆਂ ਨੂੰ ਹੀ ਚੇਤਨ ਸੱਤਾ ਦੇ ਰਿਹਾ ਪਰਮਾਤਮਾ। ਚੇਤਨ ਸੱਤਾ ਸਾਰਿਆਂ ਨੂੰ ਉਹਨੇ ਇੱਕੋ ਜਿਹੀ ਦਿੱਤੀ ਹੈ, ਔਰ ਉਹਦਾ ਪਿਆਰ ਵੀ ਹੈ ਸਾਰਿਆਂ ਦੇ ਨਾਲ ਪਰਮੇਸ਼ਰ ਦਾ। ਪਰ ਕੋਈ ਕਰਮ ਗਤੀ ਕਰਕੇ ਬਾਂਝ ਰਹਿ ਜਾਵੇ ਅਤੇ ਇਹਦੇ ਵਿੱਚ ਈਸ਼ਵਰ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਜੋ ਈਸ਼ਵਰੀ ਆਗਿਆ ਰੂਪ ਸ਼ਵਾਂਤੀ ਬੂੰਦ ਹੈ ਨਾ, ਉਹਦੇ ਹਿਰਦੇ ਦੇ ਵਿੱਚ ਨਹੀਂ ਟਿਕ ਸਕਦੀ। ਇਸ ਲਈ ਉਹ ਤ੍ਰਿਕਾਰ ਲਾਇਕ ਹੈ। ਕਰਮਹੀਣ ਤੋਂ ਭਾਵ ਇਹ ਨਹੀਂ ਕਿ ਪਰਮੇਸ਼ਰ ਨੇ ਉਸਦੇ ਕਰਮ ਖੋਟੇ ਲਿਖੇ ਹੈ, ਸੋ ਪਿਛਲੇ ਜਨਮਾਂ ਵਿੱਚ ਜੋ ਕੁਝ ਉਹਨੇ ਕੀਤਾ ਕਮਾਇਆ ਉਹਦੇ ਅਨੁਸਾਰ ਲਿਖਤ ਪੈ ਗਈ, ਅਤੇ ਉਹ ਲਿਖਤ ਦੇ ਅਨੁਸਾਰ ਹੁਣ ਦੁੱਖ ਅਤੇ ਸੁੱਖ ਜਿਹੜੇ ਫਲ ਨੇ ਉਹ ਪ੍ਰਾਪਤ ਹੁੰਦੇ ਹੈ। ਸੋ ਭਾਈ ਸਾਹਿਬ ਨੇ ਸਮਝਾਇਆ ਸਾਨੂੰ ਇਹ ਹੈ ਵੀ ਰਾਜਾ ਹੈ ਇੱਕ ਪਰਮਾਤਮਾ। ਪੁਰਸ਼ ਇਸਤਰੀਆਂ ਜਿੰਨੇ ਇੱਥੇ ਨੇ ਨਾ ਸੰਸਾਰ ਵਿੱਚ, ਉਹਦੀਆਂ ਰਾਣੀਆਂ ਹਨ, ਇਸਤਰੀਆਂ ਹਨ। ਔਰ ਫਿਰ ਜਿਹੜਾ ਮਨਮੁਖ ਰਹਿ ਜਾਂਦਾ, ਜਿਵੇਂ ਕੋਈ ਬਾਂਝ ਰਹਿ ਗਈ, ਉਹ ਪੂਰਬਲੀ ਲਿਖਤ ਹੈ। ਮਨਮੁਖ ਰਹਿ ਗਿਆ, ਉਹਦੀ ਪੂਰਬਲੀ ਲਿਖਤ ਇਹੋ ਜਿਹੀ ਹੈ, ਉਹ ਗੁਰੂ ਤੋਂ ਦੂਰ ਹੋ ਗਿਆ, ਪਰਮੇਸ਼ਰ ਤੋਂ ਦੂਰ ਹੋ ਗਿਆ। ਪੂਰਬਲੀ ਲਿਖਤ ਕਦੇ ਵੀ ਮਿਟਦੀ ਨਹੀਂ ਹੈ। ਸੋ ਇਹ ਗੱਲ ਨੂੰ ਸਮਝਾਇਆ ਹੈ ਭਾਈ ਗੁਰਦਾਸ ਜੀ ਨੇ। ਸੋ ਅਗਲੀ 11ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਿੱਖਿਆ ਬਖਸ਼ਦੇ ਹੈ। ਅਸ਼ਟ ਧਾਤ ਇੱਕ ਧਾਤ ਹੋਏ, ਸਭ ਕੋ ਕੰਚਨ ਆਖ ਵਖਾਣੇ। 8 ਧਾਤਾਂ ਜਦੋਂ ਪਾਰਸ ਨੂੰ ਪਰਸ ਕੇ ਇੱਕ ਧਾਤ ਹੋ ਜਾਂਦੀਆਂ, ਸੋਨਾ ਬਣ ਜਾਂਦੀਆਂ, ਤਾਂ ਉਹਨਾਂ ਸਾਰਿਆਂ ਨੂੰ ਸੋਨਾ ਕਿਹਾ ਜਾਂਦਾ ਹੈ। ਪਾਰਸ ਦੀ ਵੱਟੀ ਜਿਹੜੀ ਹੈ ਲੋਹੇ ਨੂੰ ਛੂਹ ਗਈ ਉਹ ਸੋਨਾ ਬਣ ਜਾਂਦੀ ਹੈ, ਚਾਂਦੀ ਨੂੰ ਛੂਹ ਗਈ ਸੋਨਾ ਬਣ ਗਈ, ਜਿਸਤ ਨੂੰ, ਪਿੱਤਲ ਨੂੰ, ਤਾਂਬੇ ਨੂੰ, ਜਿਹਨੂੰ ਪਾਰਸ ਦਾ ਉਹ ਪੱਥਰ, ਪਾਰਸ ਦੀ ਵੱਟੀ ਟੱਚ ਕਰ ਦਿੱਤੀ ਉਹ ਸੋਨਾ। ਉਹਨਾਂ ਫਿਰ ਸਾਰਿਆਂ ਨੂੰ ਸੋਨਾ ਕਿਹਾ ਜਾਂਦਾ ਜਿਹੜੇ ਸੋਨਾ ਬਣ ਗਏ। ਉਹਨੂੰ ਲੋਹਾ ਨਹੀਂ ਕਿਹਾ ਜਾਂਦਾ, ਚਾਂਦੀ ਨਹੀਂ, ਜਿਸਤ ਨਹੀਂ, ਤਾਂਬਾ ਨਹੀਂ ਕਿਹਾ ਜਾਂਦਾ। 8 ਧਾਤਾਂ ਨੂੰ ਪਾਰਸ ਦੀ ਵੱਟੀ ਸੋਨਾ ਬਣਾ ਦਿੰਦੀ ਹੈ। ਸੋ 8 ਧਾਤਾਂ ਤੋਂ ਜਿਹੜਾ ਸੋਨਾ ਬਣਿਆ ਉਹਨੂੰ ਸੋਨਾ ਕਹਿੰਦੇ ਆ ਸਾਰੇ। ਰੂਪ ਅਨੂਪ ਸਰੂਪ ਹੋਏ, ਮੁੱਲ ਅਮੁੱਲ ਪੰਚ ਪਰਵਾਣੇ। ਰੂਪ ਉਹ ਜਿਹੜਾ ਸੋਨਾ ਬਣਿਆ ਨਾ, ਉਹਦਾ ਰੂਪ ਉਪਮਾ ਤੋਂ ਰਹਿਤ ਹੈ, ਬਹੁਤ ਡਾਢਾ ਉਹਦਾ ਸਵਰੂਪ ਹੁੰਦਾ ਹੈ, ਮੁੱਲ ਤੋਂ ਅਮੋਲਕ ਹੋ ਜਾਂਦਾ ਹੈ ਉਹ। ਪੰਚ ਪਰਵਾਣੇ, ਅਤੇ ਜਿਹੜੇ ਪੰਜ ਸਿਆਣੇ ਸਰਾਫ ਹਨ, ਪਰਖ ਕਰਨ ਵਾਲੇ, ਉਹ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ ਵੀ ਇਹ ਸੋਨਾ ਸ਼ੁੱਧ ਹੈ,
ਇਹਦੇ ਵਿੱਚ ਮਿਲਾਵਟ ਨਹੀਂ ਹੈ। ਪੱਥਰ ਪਾਰਸ ਪਰਸੀਐ, ਪਾਰਸ ਹੋਏ ਨਾ ਕੁਲ ਅਭਿਮਾਨੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪੱਥਰ ਹੈ ਉਹ ਜੇ ਪਾਰਸ ਨਾਲ ਛੂਹ ਜਾਵੇ ਉਹ ਪਾਰਸ ਨਹੀਂ ਬਣਦਾ। ਪਾਰਸ ਹੋਏ ਨਾ, ਹੋਰ ਜਿਹੜਾ ਆਮ ਪੱਥਰ ਹੈ ਉਹ ਪਾਰਸ ਦੀ ਹੈ, ਜਿਹੜਾ ਪਾਰਸ ਹੈ ਤਾਂ ਉਹ ਵੀ ਪੱਥਰ, ਜਿਹੜਾ ਦੂਜਾ ਪੱਥਰ ਹੈ ਉਹ ਇਸ ਕੁਲ ਦਾ, ਇਸ ਗੱਲ ਦਾ ਹੰਕਾਰ ਕਰੇ ਜੀ ਮੈਂ ਵੀ ਪਾਰਸ ਦੀ ਕੁਲ ਵਿੱਚੋਂ ਹਾਂ, ਮੈਂ ਵੀ ਪਾਰਸ ਵਰਗਾ ਹਾਂ। ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਆਮ ਪੱਥਰ ਉਹ ਪਾਰਸ ਨਹੀਂ ਬਣਦਾ, ਉਹ ਜਿੰਨਾ ਮਰਜ਼ੀ ਹੰਕਾਰ ਕਰੀ ਜਾਵੇ ਜੀ ਮੈਂ ਵੀ ਪਾਰਸ ਦੀ ਕੁਲ ਵਿੱਚੋਂ ਹਾਂ। ਹੰਕਾਰ ਤਾਂ ਪ੍ਰਿਥੀ ਚੰਦ ਬਹੁਤ ਕਰਦਾ ਸੀ, ਮੈਂ ਗੁਰੂ ਕੁਲ ਵਿੱਚੋਂ ਹਾਂ, ਮੈਂ ਵੀ ਗੁਰੂ ਦਾ ਪੁੱਤਰ ਹਾਂ। ਸਾਰੀ ਉਮਰ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦਾ ਰਿਹਾ। ਇੱਥੇ ਗੱਲ ਸਿਧਾਂਤ ਦੀ ਹੈ, ਕਮਾਈ ਦੀ ਹੈ, ਗੁਣਾਂ ਦੀ ਹੈ, ਜੋਤ ਦੀ ਹੈ। ਇੱਥੇ ਕੁਲ ਦੀ ਗੱਲ ਨਹੀਂ ਹੈ। ਡਾਕਟਰ ਦੇ ਘਰ ਵਿੱਚ ਪੈਦਾ ਹੋਇਆ ਬੱਚਾ ਡਾਕਟਰ ਨਹੀਂ ਬਣਦਾ, ਉਹਨੂੰ ਉਹ ਪੜ੍ਹਾਈ ਕਰਨੀ ਪੈਂਦੀ ਹੈ, ਡਿਗਰੀ ਪ੍ਰਾਪਤ ਕਰਨੀ ਪੈਂਦੀ ਹੈ, MBBS ਕਰਨੀ ਪੈਂਦੀ ਹੈ, ਫਿਰ ਉਹ ਡਾਕਟਰ ਹੈ। ਫੌਜੀ ਦੇ ਘਰ ਦੇ ਵਿੱਚ ਪੈਦਾ ਹੋਇਆ ਬੱਚਾ ਫੌਜੀ ਨਹੀਂ ਹੁੰਦਾ, ਉਹਨੂੰ ਫੌਜ ਵਿੱਚ ਭਰਤੀ ਹੋਣਾ ਪੈਂਦਾ, ਟ੍ਰੇਨਿੰਗ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਸਿੱਖ ਦੇ ਘਰ ਵਿੱਚ ਪੈਦਾ ਹੋਇਆ ਬੱਚਾ ਸਿੱਖ ਨਹੀਂ, ਉਹਨੂੰ ਸਿੱਖੀ ਧਾਰਨ ਕਰਨੀ ਪੈਂਦੀ ਹੈ, ਸਿੱਖੀ ਸਿੱਖਣੀ ਪੈਂਦੀ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਧਾਰਨ ਕਰਨੀ ਪੈਂਦੀ, ਫਿਰ ਉਹ ਸਿੱਖ ਬਣਦਾ ਹੈ। ਪਰਮੇਸ਼ਰ ਨੇ ਕਿਰਪਾ ਕੀਤੀ, ਸਿੱਖਾਂ ਦੇ ਘਰ ਦਾ ਜਨਮ ਦਿੱਤਾ, ਪਰ ਅੱਗੇ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਸਿੱਖ ਬਣ ਸਕਦੇ ਹਾਂ। ਇੱਥੇ ਅਸੀਂ ਦੁਨੀਆ 'ਚ ਬਹੁਤ ਵੇਖੇ ਹੈ, ਪਿਤਾ ਦਾਦਾ ਸਿੱਖ ਹਨ, ਪਰ ਅਗਲੀ ਪੀੜ੍ਹੀ ਜਿਹੜੀ ਸੰਤਾਨ ਹੈ ਉਹ ਸਿੱਖੀ ਤੋਂ ਬਹੁਤ ਦੂਰ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਮੰਨਦੀ ਨਹੀਂ, ਕਮਾਉਂਦੀ ਨਹੀਂ ਹੈ, ਉਹ ਕਾਹਦੇ ਸਿੱਖ ਨੇ। ਸੋ ਇਸ ਲਈ ਸਿੱਖਾਂ ਦੇ ਘਰ ਵਿੱਚ ਜਨਮ ਲੈਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਜਿਹਨੇ ਸਿੱਖੀ ਸਿਧਾਂਤ ਨੂੰ ਧਾਰਨ ਕੀਤਾ ਉਹ ਸਿੱਖ ਬਣਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਇਹ ਹਿੰਦੂ ਪਰਿਵਾਰ ਦੇ ਵਿੱਚੋਂ ਸਨ। ਸਤਿਗੁਰੂ ਦੀ ਬਾਣੀ ਪੜ੍ਹੀ, ਸਿੱਖ ਸਿਧਾਂਤ ਜਾਣਿਆ, ਸਿੱਖੀ ਧਾਰਨ ਕੀਤੀ, ਗੁਰੂ ਕੀ ਕਮਾਈ ਕੀਤੀ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਸਿੰਘ ਸੱਜ ਗਏ, ਬਾਣੀ ਦੇ ਅਰਥ ਲਿਖੇ, ਬੜੇ ਵੱਡੇ ਵਿਦਵਾਨ ਸੀ। ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ, ਪਿੰਗਲਵਾੜਾ ਖੋਲ੍ਹਿਆ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ, ਦੁਖੀਆਂ ਰੋਗੀਆਂ ਦੀ ਸੇਵਾ ਕਰਦੇ ਸੀ, ਇਹਨਾਂ ਦਾ ਜਨਮ ਵੀ ਹਿੰਦੂਆਂ ਦੇ ਘਰ ਦਾ ਸੀ। ਸਿੱਖੀ ਤੋਂ ਐਸੇ ਪ੍ਰਭਾਵਿਤ ਹੋਏ, ਗੁਰੂ ਬਾਬੇ ਜੀ ਦੇ ਸਿਧਾਂਤ ਤੋਂ, ਸੰਗਤ ਪੰਗਤ ਤੋਂ, ਬਾਣੀ ਦੇ ਸ਼ਬਦਾਂ ਦੀ ਸਿੱਖਿਆਵਾਂ ਤੋਂ ਐਸੇ ਪ੍ਰਭਾਵਿਤ ਹੋਏ, ਅੰਮ੍ਰਿਤ ਛਕਿਆ, ਸਿੰਘ ਸੱਜੇ, ਅਤੇ ਫਿਰ ਐਸੀ ਸੇਵਾ ਕੀਤੀ, ਦੁਨੀਆ ਜਾਣਦੀ ਹੈ। ਸੰਤ ਸਨ ਆਪ ਭਗਤ ਪੂਰਨ ਸਿੰਘ। ਪਦਮ ਸ਼੍ਰੀ ਐਵਾਰਡ ਮਿਲਿਆ, ਪਰ ਜਦੋਂ ਜੂਨ 84 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਟੈਕ ਹੋਇਆ, ਰੋਸ ਕਰਦਿਆਂ ਹੋਇਆਂ ਰਾਸ਼ਟਰਪਤੀ ਨੂੰ ਨਾਲੇ ਚਿੱਠੀ ਲਿਖੀ, ਨਾਲੇ ਉਹ ਮੋੜ ਦਿੱਤਾ, ਮੈਨੂੰ ਤੁਹਾਡੇ ਆ ਪਦਮ ਸ਼੍ਰੀ ਅਵਾਰਡ ਨਹੀਂ ਚਾਹੀਦੇ। ਕਿਸੇ ਧਰਮ ਦੇ ਪ੍ਰਤੀ ਤੁਹਾਡੇ ਹਿਰਦਿਆਂ ਦੇ ਵਿੱਚ ਈਰਖਾ, ਨਫ਼ਰਤ ਭਰੀ ਹੋਈ ਹੈ, ਬੇਗੁਨਾਹ ਲੋਕਾਂ ਦੇ ਤੁਸੀਂ ਕਾਤਲ ਹੋ, ਇਹ ਲਓ ਆਪਣਾ ਪਦਮ ਸ਼੍ਰੀ। ਭਗਤ ਪੂਰਨ ਸਿੰਘ ਵਰਗਾ ਕੌਣ ਬਣ ਸਕਦਾ ਹੈ? ਗੱਲ ਕਰ ਰਿਹਾ ਹਾਂ, ਸਿੱਖ ਦੇ ਘਰ ਵਿੱਚ ਜੰਮਿਆ ਬੱਚਾ ਸਿੱਖ ਨਹੀਂ ਜਦੋਂ ਤੱਕ ਉਹ ਗੁਰੂ ਦੀ ਸਿੱਖੀ ਨੂੰ ਨਹੀਂ ਧਾਰਨ ਕਰ ਲੈਂਦਾ। ਇਸ ਲਈ
ਇੱਥੇ ਸਿਧਾਂਤ ਦੀ, ਇੱਥੇ ਵਿਚਾਰਧਾਰਾ ਦੀ ਗੱਲ ਹੈ। ਅੰਮ੍ਰਿਤ ਛਕੀਏ, ਸਿੰਘ ਸਜੀਏ, ਸਤਿਗੁਰੂ ਦੀਆਂ ਖੁਸ਼ੀਆਂ ਲਈਏ। 4 ਜੁਲਾਈ ਨੂੰ ਗੁਰਮਤਿ ਸਮਾਗਮਾਂ ਵਾਲੇ ਦਿਨ ਆਪ ਸਾਰੇ ਜਾਣਦੇ ਹੋ, ਅੰਮ੍ਰਿਤ ਸੰਚਾਰ ਹੋਵੇਗਾ। ਸੋ ਜਿਨ੍ਹਾਂ ਨੇ ਅਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, 5 ਪਿਆਰੇ ਸਾਹਿਬਾਨ ਤੋਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੀਏ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ, ਪੱਥਰ ਪਾਰਸ ਪਰਸੀਐ, ਪਾਰਸ ਹੋਏ ਨਾ ਕੁਲ ਅਭਿਮਾਨੈ। ਪੱਥਰ ਪਾਰਸ ਨੂੰ ਛੂਹ ਜਾਵੇ, ਉਹ ਪੱਥਰ ਪਾਰਸ ਨਹੀਂ ਬਣਦਾ। ਤੇ ਜੇ ਉਹ ਆਪ ਕੁਲ ਦਾ ਹੰਕਾਰ ਕਰੇ, ਜੀ ਮੈਂ ਵੀ ਪਾਰਸ ਦੀ ਕੁਲ ਵਿੱਚੋਂ ਹਾਂ, ਤਾਂ ਵੀ ਉਹ ਪਾਰਸ ਨਹੀਂ ਹੁੰਦਾ। ਉਹਦਾ ਹੰਕਾਰ ਕੀ ਹੈ? ਸਿੱਖ ਦੇ ਘਰ ਵਿੱਚ ਜਨਮ ਲੈ ਕੇ ਹੀ ਹੰਕਾਰ ਕਰੀ ਜਾਵੇ, ਜੀ ਮੇਰਾ ਜਨਮ ਸਿੱਖਾਂ ਦੇ ਘਰ ਦਾ ਹੈ, ਮੇਰੇ ਪਿਤਾ ਵੀ ਸਿੱਖ, ਦਾਦੇ ਵੀ ਸਿੱਖ, ਪੜਦਾਦੇ ਵੀ ਸਿੱਖ ਸਨ। ਪੁੱਛੀਏ, ਤੇਰੇ ਵੱਲ ਵੇਖ ਕੇ ਤਾਂ ਕਿਤੇ ਸਿੱਖੀ ਨਜ਼ਰ ਨਹੀਂ ਆਉਂਦੀ। ਪਿਤਾ ਦਾਦੇ ਦੇ ਨਾਲ ਤੇਰਾ ਤਾਂ ਮੂੰਹ ਮਹਾਂਦਰਾ ਹੀ ਨਹੀਂ ਰਲਦਾ। ਤੇਰੇ ਪਿਤਾ ਦੇ ਸੀਸ 'ਤੇ ਵੇਖ, ਸੋਹਣੀ ਦਸਤਾਰ ਹੈ, ਮੁੱਖ 'ਤੇ ਦਾੜਾ ਹੈ, ਕੇਸ ਹਨ, ਸਾਬਤ ਸੂਰਤ ਹੈ, ਪਰ ਤੂੰ ਰਲਦਾ ਨਹੀਂ ਆਪਣੇ ਪਿਤਾ ਨੇ। ਹੰਕਾਰ ਨਾ ਕਰ। ਅੱਜ ਨਹੀਂ ਤੇ ਭਲਕ ਨੂੰ ਇੱਧਰ ਆਉਣਾ ਹੀ ਪੈਣਾ ਹੈ। ਆਨੰਦਪੁਰ ਵੱਲ ਮੁੱਖ ਕਰਨਾ ਪੈਣਾ ਹੈ, ਤਾਂ ਹੀ ਭਲਾ ਹੋਣਾ ਹੈ। ਨਹੀਂ ਤੇ ਦਰਾਂ ਦੀਆਂ ਜਿੱਥੇ ਮਰਜ਼ੀ ਜਾ ਲਵੇ, ਠੋਕਰਾਂ ਖਾ ਲਵੇ, ਸਫਲਤਾ ਨਹੀਂ ਮਿਲਣੀ ਜੀਵਨ ਵਿੱਚ। ਕੀ ਕਰੇਂਗਾ ਧਨ ਦੀ ਕਮਾਈ ਕਰਕੇ? ਕੀ ਕਰੇਂਗਾ ਦੌਲਤ ਨੂੰ ਖਾਵੇਂਗਾ, ਜੇ ਤੇਰੇ ਕੋਲ ਗੁਰੂ ਦਾ ਸਿਧਾਂਤ ਹੀ ਨਹੀਂ ਹੈ। ਸੋ ਇਸ ਲਈ ਪਾਰਸ ਇਹ ਹੰਕਾਰ ਕਰੇ, ਪੱਥਰ ਹੰਕਾਰ ਕਰੇ ਵੀ ਮੈਂ ਪਾਰਸ ਦੀ ਕੁਲ ਵਿੱਚੋਂ ਹਾਂ, ਉਹ ਪਾਰਸ ਨਹੀਂ ਬਣਦਾ। ਪਾਣੀ ਅੰਦਰ ਸੱਟੀਐ, ਤੜ ਭੜ ਡੁੱਬੈ, ਭਾਰ ਭੁਲਾਣੈ। ਭਾਈ ਗੁਰਦਾਸ ਜੀ ਕਹਿੰਦੇ, ਉਸ ਪੱਥਰ ਨੂੰ ਜਦੋਂ ਪਾਣੀ 'ਚ ਸੁੱਟਿਆ ਜਾਂਦਾ, ਝੱਟ ਹੀ ਡੁੱਬ ਜਾਂਦਾ ਹੈ। ਤੜ ਭੜ, ਤਤਕਾਲ ਉਸੇ ਵੇਲੇ ਡੁੱਬ ਜਾਂਦਾ ਹੈ। ਭਾਰ ਭੁਲਾਣੈ, ਅਤੇ ਉਹਨੂੰ ਉਹ ਆਪਣੇ ਭਾਰ ਵਿੱਚ ਹੀ ਭੁੱਲਾ ਹੋਇਆ, ਇਸੇ ਗੱਲ ਵਿੱਚ, ਮੈਂ ਭਾਰੀ ਹਾਂ, ਮੈਂ ਭਾਰਾ ਹਾਂ, ਬਾਕੀ ਚੀਜ਼ਾਂ ਮੈਥੋਂ ਹੌਲੀਆਂ ਨੇ, ਮੈਂ ਬਹੁਤ ਭਾਰਾ ਹਾਂ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਸਗੋਂ ਉਹਨੂੰ ਇਹ ਗੱਲ ਦਾ ਨਹੀਂ ਪਤਾ ਵੀ ਹੌਲੇ ਤਰ ਜਾਂਦੇ ਹੈ ਅਤੇ ਭਾਰੇ ਡੁੱਬ ਜਾਂਦੇ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੈ, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਕਹਿੰਦੇ ਜਿਹੜੇ ਹੌਲੇ ਸੀ ਨਾ, ਹਲਕੇ, ਉਹ ਤਰ ਗਏ, ਅਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਸੀ, ਉਹ ਡੁੱਬ ਗਏ ਸੰਸਾਰ ਸਮੁੰਦਰ ਵਿੱਚ। ਪੱਥਰ ਝੱਟ ਹੀ ਡੁੱਬ ਜਾਂਦਾ ਪਾਣੀ ਵਿੱਚ। ਚਿੱਤ ਕਠੋਰ ਨਾ ਭਿੱਜਈ, ਰਹਿ ਨਿਕੋਰ ਘੜੈ ਭੰਨ ਜਾਣੈ। ਪਾਣੀ ਵਿੱਚ ਉਹਨੂੰ ਸੁੱਟ ਵੀ ਦਈਏ ਪੱਥਰ ਨੂੰ, ਉਹ ਇੰਨਾ ਕਠੋਰ ਹੈ, ਉਹਦਾ ਚਿੱਤ ਇੰਨਾ ਕਠੋਰ ਹੈ, ਤਾਂ ਵੀ ਉਹ ਅੰਦਰੋਂ ਭਿੱਜਦਾ ਹੀ ਨਹੀਂ। ਪੱਥਰ ਦਾ ਚਿੱਤ ਨਹੀਂ ਭਿੱਜਦਾ। ਰਹਿ ਨਿਕੋਰ ਘੜੈ ਭੰਨ ਜਾਣੈ, ਉਹ ਤਾਂ ਨਿਕੋਰ ਰਹਿੰਦਾ ਹੈ, ਪਾਣੀ ਦਾ ਕੋਈ ਉਹਦੇ 'ਤੇ ਅਸਰ ਨਹੀਂ। ਅਥਵਾ ਜਿਹੜੇ ਕੋਰੇ ਘੜੇ ਆ ਨਾ, ਉਹਨਾਂ ਨੂੰ ਭੰਨਣਾ ਹੀ ਜਾਣਦਾ ਪੱਥਰ, ਘੜਿਆਂ ਨੂੰ ਭੰਨ ਦਿੰਦਾ ਹੈ। ਇਹ ਮਨਮੁਖ ਦੀ ਦਸ਼ਾ ਦੱਸ ਰਿਹਾ। ਮਨਮੁਖ ਦਾ ਚਿੱਤ ਜਿਹੜਾ ਨਾ, ਉਹ ਪੱਥਰ ਵਰਗਾ ਕਠੋਰ ਹੈ। ਉਹ ਘੜੇ ਭੰਨਣੇ ਹੀ ਜਾਣਦਾ ਹੈ, ਉਹ ਤੋੜਨਾ ਜਾਣਦਾ ਹੈ, ਕਿਸੇ ਨੂੰ ਰੱਬ ਦੇ ਚਰਨਾਂ ਵਿੱਚ ਜੋੜਨਾ ਨਹੀਂ ਜਾਣਦਾ। ਤੋੜਦਾ ਹੈ, ਜੋੜਦਾ ਨਹੀਂ। ਅੱਗੀ ਅੰਦਰ ਫੁੱਟ ਜਾਏ, ਆਹਰਣ ਘਣ ਅੰਦਰ ਹੈਰਾਣੈ। ਉਹ ਪੱਥਰ ਅੱਗ ਦੇ ਵਿੱਚ ਫੁੱਟ ਜਾਂਦਾ ਹੈ। ਜਦੋਂ ਬਹੁਤ ਜ਼ਿਆਦਾ ਸੇਕ ਲੱਗੇ ਨਾ ਪੱਥਰ ਨੂੰ, ਪੱਥਰ ਪਾੜ ਜਾਂਦਾ ਹੈ। ਅੱਗੀ ਅੰਦਰ ਫੁੱਟ ਜਾਏ, ਆਹਰਣ ਘਣ ਅੰਦਰ ਹੈਰਾਣੈ। ਅਤੇ ਜੇ ਆਹਰਣ ਉੱਤੇ ਰੱਖ ਕੇ ਅਤੇ ਉੱਤੇ ਘਣ ਚਲਾਈਏ, ਵੱਡਾ ਹਥੌੜਾ, ਤਾਂ ਉਹਦੇ ਵਿੱਚ ਉਹ ਹੈਰਾਨ ਹੋ ਜਾਣ ਦਾ ਮਤਲਬ ਉਹ ਟੋਟੇ ਟੋਟੇ ਹੋ ਜਾਂਦਾ ਹੈ। ਪੱਥਰ ਜਿਹੜਾ ਹੈ ਉਹ ਟੁੱਟ ਜਾਂਦਾ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਅੰਦਰ ਆਣੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਮਨਮੁਖ ਲੋਕ ਨੇ ਨਾ, ਉਹ ਪੱਥਰ ਵਰਗੇ ਹੈ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਸ਼ਬਦ ਸੁਣਦੇ ਤਾਂ ਹਨ,
ਪਰ ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਨਹੀਂ ਲਿਆਉਂਦੇ। ਜਿਵੇਂ ਪੱਥਰ ਪਾਣੀ ਵਿੱਚ ਪਿਆ ਹੋਵੇ, ਉਹ ਅੰਦਰੋਂ ਸੁੱਕਾ ਹੈ, ਇਸੇ ਤਰ੍ਹਾਂ ਉਹ ਮਨਮੁਖ ਸੰਗਤ ਵਿੱਚ ਆ ਕੇ ਅੰਦਰੋਂ ਸੁੱਕੇ ਦੇ ਸੁੱਕੇ ਹੀ ਰਹਿੰਦੇ ਆ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਨਹੀਂ ਵਸਾਉਂਦੇ। ਕਪਟ ਸਨੇਹੋ ਨਾ ਹੋਏ ਤਿੰਘਾਣੇ, ਤੇ ਇਹੋ ਜਿਹਾ ਮਨਮੁਖ ਕਪਟੀ ਜਿਹੜਾ ਨਾ, ਉਹਦੇ ਅੰਦਰ ਗੁਰੂ ਦਾ ਪਰਮੇਸ਼ਰ ਦਾ ਪਿਆਰ ਧੱਕੇ ਦੇ ਨਾਲ ਨਹੀਂ ਪਾਇਆ ਜਾ ਸਕਦਾ। ਉਹਨੂੰ ਜੇ ਕੋਈ ਜ਼ੋਰ ਦੇ ਨਾਲ ਧੱਕੇ ਨਾਲ ਵੀ ਸਮਝਾਵੇ ਵੀ ਮੈਂ ਧੱਕੇ ਨਾਲ ਸਮਝਾ ਲਵਾਂ, ਤੇ ਐਸੇ ਬੰਦੇ ਨੂੰ ਜਿਹੜੇ ਹੈ ਹੀ ਪੱਥਰ ਵਰਗੇ ਕਠੋਰ, ਉਹਨਾਂ ਨੂੰ ਨਹੀਂ ਸਮਝਾਇਆ ਜਾ ਸਕਦਾ। ਸੋ ਮਨਮੁਖ ਪੱਥਰ ਵਰਗੇ ਹੈ। ਜੇ ਹੰਕਾਰ ਕਰਨ ਵੀ ਅਸੀਂ ਉੱਚੀ ਜਾਤੀ ਦੇ ਹਾਂ, ਮੈਂ ਵੱਡਾ ਹਾਂ, ਉਹ ਮਨਮੁਖ ਸਤ ਸੰਗਤ ਦੇ ਵਿੱਚ ਆ ਕੇ ਕਦੇ ਵੀ ਨਿਉਂਦੇ ਨਹੀਂ ਹਨ। ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ, ਇਸੇ ਤਰ੍ਹਾਂ ਉਹ ਕਪਟ ਸਨੇਹੀ ਮਨਮੁਖ ਲੋਕ ਵਿਸ਼ੇ ਵਿਕਾਰਾਂ ਦੇ ਪਾਣੀ ਦੇ ਵਿੱਚ ਡੁੱਬ ਜਾਂਦੇ ਹੈ। ਔਰ ਜੇ ਕਿਤੇ ਸੰਗਤ ਦੇ ਵਿੱਚ ਆ ਵੀ ਜਾਣ ਤੇ ਉਹ ਘੜੇ ਹੀ ਭੰਨਦੇ ਹੈ। ਫਿਰ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹੈ, ਪਰਮੇਸ਼ਰ ਦੀਆਂ ਸਿਫਤਾਂ ਨਹੀਂ ਕਰਦੇ। ਸੋ ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਕਪਟ ਸਨੇਹੀ ਮਨਮੁਖ ਹਨ, ਉਹ ਪੱਥਰ ਵਰਗੇ ਹਨ। 12ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਹੋਰ ਸਿੱਖਿਆ ਬਖਸ਼ਦੇ ਹੈ। ਮਾਣਕ ਮੋਤੀ ਮਾਨਸਰ, ਨਿਰਮਲ ਨੀਰ ਸੁਥਾਉ ਸੁਹੰਦਾ। ਮਾਨਸਰ, ਮਾਨ ਸਰੋਵਰ ਦੇ ਵਿੱਚ ਮਾਣਕ, ਲਾਲ ਮੋਤੀ ਹੁੰਦੇ ਹੈ। ਨਿਰਮਲ ਨੀਰ, ਮਾਨ ਸਰੋਵਰ ਦੇ ਵਿੱਚ ਬਹੁਤ ਨਿਰਮਲ ਉਜਲ ਪਵਿੱਤਰ ਜਲ ਭਰਿਆ ਹੈ। ਸੁਥਾਉ ਸੁਹੰਦਾ, ਤੇ ਮਾਨ ਸਰੋਵਰ ਸੋਹਣਾ ਥਾਂ, ਬੜਾ ਸ਼ੋਭਦਾ ਹੈ, ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਇਹ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ। ਤੇ ਇਹ ਸਾਧ ਸੰਗਤ ਰੂਪੀ ਮਾਨ ਸਰੋਵਰ ਜਿਹਦੇ ਵਿੱਚ ਨਾਮ ਰੂਪੀ ਨਿਰਮਲ ਜਲ ਭਰਿਆ ਹੋਇਆ ਹੈ, ਇਹ ਸ਼ੋਭਾ ਪਾਉਂਦਾ ਹੈ। ਔਰ ਇਸੇ ਤਰ੍ਹਾਂ ਨਾਮ ਨੂੰ ਮੰਨਣ ਰੂਪ ਮਾਣਕ ਹੈ, ਤੇ ਗਿਆਨ ਦੇ ਇਹਦੇ ਵਿੱਚ ਮੋਤੀ ਹਨ। ਹੰਸ ਵੰਸ ਨਿਹਚਲ ਮਤੀ, ਸੰਗਤ ਪੰਗਤ ਸਾਥ ਬਣੰਦਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਹੰਸ ਵੰਸ ਨਿਹਚਲ ਮਤੀ, ਹੰਸਾਂ ਦੀ ਵੰਸ ਦ੍ਰਿੜ ਇਰਾਦੇ ਵਾਲੀ ਹੈ, ਦ੍ਰਿੜ ਮਤ ਹੈ ਉਹਨਾਂ ਦੀ, ਡੋਲਣ ਵਾਲੀ ਨਹੀਂ। ਤੇ ਉਹਨਾਂ ਹੰਸਾਂ ਦਾ ਜੇ ਸਾਥ ਮਿਲ ਜਾਏ ਨਾ, ਤੇ ਸੱਚਾ ਸਾਥ ਬਣ ਜਾਂਦਾ ਹੈ। ਆਪਣਾ ਸੰਗਤ ਪੰਗਤ, ਉਹਨਾਂ ਹੰਸਾਂ ਦੀ ਸੰਗਤ ਤੇ ਪੰਗਤ ਮਿਲ ਜਾਏ, ਸਾਥ ਬਣਨ ਦਾ, ਫਿਰ ਸੱਚਾ ਸਾਥ ਬਣ ਜਾਂਦਾ ਹੈ। ਜਿਹੜੇ ਗੁਰਮੁਖ ਨੇ ਨਾ, ਉਹ ਹੰਸ ਨੇ, ਸਾਧ ਸੰਗਤ ਰੂਪੀ ਮਾਨ ਸਰੋਵਰ 'ਤੇ ਆਉਂਦੇ, ਤੇ ਗੁਰਮੁਖਾਂ ਦੀ ਸੰਗਤ ਮਿਲ ਜਾਏ, ਗੁਰਮੁਖਾਂ ਦੀ ਪੰਗਤ ਮਿਲ ਜਾਏ, ਤੇ ਫਿਰ ਸੱਚਾ ਸਾਥ ਬਣ ਜਾਂਦਾ। ਓਏ ਜੀਵਨ ਦੇ ਵਿਛੜ ਹੈ, ਓਏ ਮੁਆ ਨਾ ਜਾਹੀ ਛੋੜ, ਉਹ ਫਿਰ ਕਦੇ ਸਾਥ ਨਹੀਂ ਛੱਡਦੇ। ਮਾਣਕ ਮੋਤੀ ਚੋਗ ਚੋਗ, ਮਾਣ ਮਹੱਤ ਆਨੰਦ ਵਧੰਦਾ। ਜਿਹੜੇ ਹੰਸ ਹਨ, ਇਹ ਮਾਨ ਸਰੋਵਰ ਦੇ ਉੱਤੇ ਲਾਲ ਮੋਤੀ ਚੁਗ ਕਰਕੇ ਤੇ ਚੰਗਾ ਮਾਣ ਪ੍ਰਾਪਤ ਕਰਦੇ ਹੈ, ਵਡਿਆਈ ਪਾਉਂਦੇ ਹੈ, ਔਰ ਹੀਰੇ ਮੋਤੀ ਚੁਗ ਕੇ ਆਨੰਦ ਵਧਾਉਂਦੇ ਹੈ। ਇਸੇ ਤਰ੍ਹਾਂ ਗੁਰਮੁਖ ਸਤ ਸੰਗਤ ਰੂਪੀ ਸਰੋਵਰ 'ਤੇ ਸ਼ਬਦ ਦੇ ਮੋਤੀ ਚੁਗ ਕਰਕੇ ਫਿਰ ਉਹ ਆਪਣੀ ਵਡਿਆਈ ਵਧਾਉਂਦੇ। ਉਹਨਾਂ ਦੀ ਬਹੁਤ ਵਡਿਆਈ ਹੁੰਦੀ ਹੈ, ਜਿਹੜੇ ਸ਼ਬਦ ਨਾਲ ਜੁੜਦੇ ਹੈ, ਹਿਰਦੇ ਵਿੱਚ ਆਨੰਦ ਵੱਧਦਾ ਹੈ। ਕਾਉ ਨਿਥਾਉ ਨਿਨਾਉ ਹੈ, ਹੰਸਾਂ ਵਿੱਚ ਉਦਾਸ ਹੋਵੰਦਾ। ਕਾਂ ਜਿਹੜਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਨਿਥਾਵਾਂ ਹੈ, ਉਹਦਾ ਕੋਈ ਥਾਂ ਟਿਕਾਣਾ ਨਹੀਂ। ਹੰਸਾਂ ਦਾ ਥਾਂ ਟਿਕਾਣਾ ਤੇ ਮਾਨ ਸਰੋਵਰ ਹੈ। ਗੁਰਮੁਖ ਜਿਹੜੇ ਹੈ, ਉਹਨਾਂ ਦਾ ਥਾਂ ਟਿਕਾਣਾ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ। ਤੇ ਜਿਹੜੇ ਮਨਮੁਖ ਨੇ, ਉਹ ਕਾਵਾਂ ਵਰਗੇ ਨੇ। ਕਾਉ ਨਿਥਾਉ ਨਿਨਾਉ ਹੈ, ਉਹ ਭੈੜੇ ਨਾਂ ਵਾਲਾ ਹੈ। ਤੇ ਹੰਸਾਂ ਦੇ ਵਿੱਚ ਉਹ ਉਦਾਸ ਹੋ ਕੇ ਬੈਠਦਾ ਹੈ। ਮਾਨ ਸਰੋਵਰ 'ਤੇ ਕਾਂ ਮੰਨ ਲਓ ਚਲਿਆ ਗਿਆ, ਹੰਸ ਉੱਥੇ ਹੀਰੇ ਮੋਤੀ 'ਚ ਚੁਗਦੇ, ਅਤੇ ਕਾਂ
ਉਹ ਉਦਾਸ ਹੋ ਜਾਂਦਾ। ਉਹ ਭਾਲਦਾ ਵਿਸ਼ਟਾ ਗੰਦਗੀ, ਵੀ ਗੰਦਗੀ ਮਿਲੇ ਉਹ 'ਚ ਚੁੰਝਾਂ ਮਾਰਾਂ। ਉੱਥੇ ਕਾਂ ਨਿੰਮੋ ਝੂਣਾ ਹੋ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਦੇ ਵਿੱਚ ਜੇ ਕਾਂ ਆਉਂਦੇ ਆ ਨਾ ਮਨਮੁਖ, ਉਹ ਨਿੰਮੋ ਝੂਣੇ ਹੋ ਜਾਂਦੇ ਆ, ਉਦਾਸ ਹੋ ਜਾਂਦੇ ਆ। ਸ਼ਬਦ ਨੂੰ ਸੁਣਦੇ ਸੁਣਦੇ ਵੀ ਉਹਨਾਂ ਨੂੰ ਸ਼ਬਦ ਨਹੀਂ ਚੰਗਾ ਲੱਗਦਾ। ਉਹ ਤਾਂ ਕੋਈ ਗੰਦੇ ਗੀਤ ਭਾਲਦੇ ਆ, ਕਿਤੇ ਕੋਈ ਅਖਾੜਾ ਗੰਦੇ ਗੀਤਾਂ ਦਾ ਲੱਗਾ ਹੋਵੇ, ਉੱਥੇ ਜਾ ਕੇ ਸੁਣੀਏ। ਉਹ ਉਹਨਾਂ ਦੀ ਬਿਰਤੀ ਉੱਦਾਂ ਦੀ ਹੈ, ਕਾਵਾਂ ਵਰਗੀ। ਭਖ ਅਭਖ ਅਭਖ ਭਖ ਵਣ ਵਣ ਅੰਦਰ ਭਰਮ ਭਵੰਦਾ। ਭਾਈ ਗੁਰਦਾਸ ਸਾਹਿਬ ਜੀ ਭਖ ਜੋ ਖਾਣ ਵਾਲਾ ਹੈ, ਅਭਖ ਉਹਨੂੰ ਨਹੀਂ ਖਾਂਦਾ। ਅਭਖ ਜੋ ਨਹੀਂ ਖਾਣ ਵਾਲਾ ਉਹਨੂੰ ਭਖਦਾ ਹੈ, ਅਤੇ ਜੰਗਲ ਜੰਗਲ ਦੇ ਵਿੱਚ ਭਰਮ ਵਿੱਚ ਭੌਂਦਾ ਫਿਰਦਾ ਹੈ ਜਿਹੜਾ ਕਾਂ ਹੈ। ਸਾਧ ਸੰਗਤ ਗੁਰ ਸ਼ਬਦ ਸੁਣ ਤਨ ਅੰਦਰ ਮਨ ਥਿਰ ਨਾ ਰਹੰਦਾ। ਇਸੇ ਤਰ੍ਹਾਂ ਸਾਧ ਸੰਗਤ ਦੇ ਵਿੱਚ ਜਿਹੜੇ ਮਨਮੁਖ ਕਾਵਾਂ ਦੀ ਨਿਆਈ ਹਨ, ਉਹ ਗੁਰੂ ਦਾ ਸ਼ਬਦ ਸੁਣਦੇ ਤਾਂ ਹਨ, ਪਰ ਤਨ ਅੰਦਰ ਮਨ ਥਿਰ ਨਾ ਰਹੰਦਾ। ਸ਼ਬਦ ਨੂੰ ਸੁਣ ਕੇ ਉਹਨਾਂ ਦਾ ਮਨ ਇਸ ਸਰੀਰ ਦੇ ਵਿੱਚ ਟਿਕਦਾ ਨਹੀਂ ਹੈ। ਸੰਗਤ ਵਿੱਚ ਆ ਕੇ ਵੀ ਉਹਨਾਂ ਦਾ ਮਨ ਵਿਸ਼ਿਆਂ ਦੇ ਵੱਲ ਹੀ ਦੌੜਦਾ ਹੈ, ਵਿਸ਼ੇ ਵਿਕਾਰਾਂ ਵਾਲੇ ਪਾਸੇ ਹੀ ਭੱਜਦਾ ਹੈ। ਉਹ ਕਾਵਾਂ ਵਰਗੇ ਹੈ, ਮਨਮੁਖ, ਹੰਸਾਂ ਵਰਗੇ ਨਹੀਂ। ਬੱਜਰ ਕਪਾਟ ਨਾ ਖੁੱਲ੍ਹੈ ਜੰਦਾ। ਇਸੇ ਕਰਕੇ ਜਿਹੜੇ ਅਗਿਆਨਤਾ ਦੇ ਬੱਜਰ ਕਪਾਟ ਹਨ ਨਾ, ਪੂਰੇ ਭਿੜੇ ਹੋਏ ਤਖਤੇ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਖੁੱਲ੍ਹਦੇ ਨਹੀਂ ਹਨ, ਕਿਉਂਕਿ ਉਹਨਾਂ ਦਾ ਮਨ ਹੀ ਸਦਾ ਵਿਸ਼ੇ ਵਿਕਾਰਾਂ ਵੱਲ ਭੱਜਿਆ ਰਹਿੰਦਾ ਹੈ। ਅਤੇ ਜੇ ਮਨ ਟਿਕ ਜਾਏ, ਸ਼ਬਦ ਦੇ ਨਾਲ ਜੁੜ ਜਾਏ, ਅਤੇ ਫਿਰ ਅਗਿਆਨਤਾ ਦੇ ਜਿਹੜੇ ਤਖਤੇ ਨੇ ਉਹ ਖੁੱਲ੍ਹ ਜਾਣ। ਸੋ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਹੰਸਾਂ ਦੀ ਸੰਗਤ ਹੈ, ਸੱਚਾ ਸਾਥ ਹੈ। ਮਨ ਸਰੋਵਰ ਸਤ ਸੰਗਤ 'ਤੇ ਆਉਂਦੇ ਹੈ, ਅਤੇ ਇੱਥੇ ਕਾਂ ਬਿਰਤੀ ਵਾਲੇ ਮਨਮੁਖ ਆ ਕੇ ਨਿਰਾਸ਼ ਹੋ ਜਾਂਦੇ ਆ, ਕਿਉਂਕਿ ਇੱਥੇ ਉਹਨਾਂ ਦਾ ਚੋਗਾ ਨਹੀਂ ਹੈ, ਇੱਥੇ ਗੰਦਗੀ ਨਹੀਂ ਹੈ, ਇੱਥੇ ਵਿਸ਼ੇ ਵਿਕਾਰਾਂ ਦੀ ਗੱਲ ਨਹੀਂ, ਇੱਥੇ ਪ੍ਰਭੂ ਦੇ ਨਾਮ ਦੀ ਗੱਲ ਹੈ। ਸੋ ਇਸ ਲਈ ਉਹਨਾਂ ਕਾਵਾਂ ਨੂੰ ਨਿਰਾਸ਼ਤਾ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮ ਕਰਨ। ਭਾਈ ਗੁਰਦਾਸ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਾਧ ਸੰਗਤ ਗੁਰ ਸ਼ਬਦ ਸੁਣ ਤਨ ਅੰਦਰ ਮਨ ਥਿਰ ਨਾ ਰਹੰਦਾ। ਬੱਜਰ ਕਪਾਟ ਨ ਖੁੱਲ੍ਹੈ ਜੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।